ਅੱਜ ਆਪਾਂ ਚੋਣਵੀਂ ਪੰਜਾਬੀ ਜੋ 12ਵੀਂ ਜਮਾਤ ਦੀ ਪੁਸਤਕ ਹੈ ਨਾ, ਉਸ ਦੇ ਵਿੱਚ ਦਰਜ ਸੂਫੀ ਕਾਵ ਦੇ ਤਹਿਤ ਸ਼ਾਹ ਹੁਸੈਨ ਜੀ ਦੀ ਰਚਨਾ ਪੜ੍ਹਾਂਗੇ। ਪਰ ਉਸ ਤੋਂ ਪਹਿਲਾਂ ਬੱਚਿਓ, ਮੈਂ ਤੁਹਾਨੂੰ ਸ਼ਾਹ ਹੁਸੈਨ ਜੀ ਦੇ ਬਾਰੇ ਕੁਝ ਗੱਲਾਂ ਦੱਸਾਂਗੀ। ਸ਼ਾਹ ਹੁਸੈਨ ਪੰਜਾਬੀ ਦੇ ਪ੍ਰਸਿੱਧ ਸੂਫੀ ਕਵੀ ਹੋਏ ਹਨ। ਆਪ ਦਾ ਜਨਮ ਲਾਹੌਰ ਵਿਖੇ ਸ਼ੇਖ ਉਸਮਾਨ ਢੱਡਾ ਦੇ ਘਰ ਹੋਇਆ। ਆਪ ਨੇ ਅਬੂ ਬਕਰ ਕੋਲੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਸ਼ਾਹ ਹੁਸੈਨ ਪਹਿਲੇ ਸੂਫੀ ਕਵੀ ਹੋਏ ਹਨ ਜਿਨ੍ਹਾਂ ਨੇ ਸ਼ਰਅ ਦੀਆਂ ਰੂੜੀਵਾਦੀ ਪਾਬੰਦੀਆਂ ਤੋਂ ਬਗਾਵਤ ਕੀਤੀ। ਆਪ ਮਸਤ ਮਲੰਗ ਤਬੀਅਤ ਦੇ ਮਨੁੱਖ ਸਨ। ਆਪ ਨੇ ਆਪਣੀਆਂ ਰਚਨਾਵਾਂ ਵਿੱਚ ਮੁਰਸ਼ਿਦ ਪ੍ਰੇਮ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਆਪ ਨੇ ਦਰਦ ਅਤੇ ਵਿਛੋੜੇ ਦੇ ਵਿਸ਼ੇ ਲਏ ਹਨ। ਇਹਨਾਂ ਵਿੱਚ ਗਹਿਰੀ ਹੂਕ ਅਤੇ ਪੀੜ ਹੈ। ਆਪ ਦੀ ਰਚਨਾ ਰਾਗਾਂ ਵਿੱਚ ਹੋਣ ਕਰਕੇ ਗਾਈ ਜਾ ਸਕਦੀ ਹੈ। ਆਪ ਦੇ ਬੋਲ ਸਰਲ, ਸਾਦਾ ਅਤੇ ਠੇਠ ਹਨ। ਬੋਲੀ ਉੱਤੇ ਲਹਿੰਦੀ ਭਾਸ਼ਾ ਦਾ ਪ੍ਰਭਾਵ ਵਧੇਰੇ ਹੈ। ਕਾਫੀਆਂ ਵਿੱਚ ਗੁਰਬਾਣੀ ਦੀ ਸ਼ੈਲੀ ਅਤੇ ਅਲੰਕਾਰਾਂ ਦਾ ਪ੍ਰਭਾਵ ਹੈ। ਆਪ ਦੁਨੀਆ ਦੀ ਨਾਸ਼ਮਾਨਤਾ ਅਤੇ ਅਟੱਲ ਮੌਤ ਨੂੰ ਯਾਦ ਕਰਦੇ ਹੋਏ ਆਪਣੇ ਇਸ਼ਟ ਦੇ ਸੱਚੇ ਪ੍ਰੇਮ ਲਈ ਨਿਮਰਤਾ ਸਹਿਤ ਆਪਣਾ ਆਪਾ ਕੁਰਬਾਨ ਕਰ ਦੇਣਾ ਲੋਚਦੇ ਹਨ। ਹਥਲੇ ਕਾਵਿ ਸੰਗ੍ਰਹਿ ਵਿੱਚ ਆਪ ਦੀਆਂ 6 ਕਾਫੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਹਨਾਂ ਕਾਫੀਆਂ ਵਿੱਚ ਸ਼ਾਹ ਹੁਸੈਨ ਨੇ ਨਿਮਰਤਾ, ਗਰੀਬੀ, ਆਜ਼ਜ਼ੀ, ਮਿੱਠਤ ਅਤੇ ਹੋਰ ਗੁਣਾਂ ਨੂੰ ਜਿਹੜੇ ਕਿ ਨੈਤਿਕਤਾ ਵੱਲ ਲੈ ਕੇ ਜਾਂਦੇ ਨੇ ਪ੍ਰੇਰਿਆ ਹੈ। ਇਸ ਤੋਂ ਇਲਾਵਾ ਫਕੀਰਾਨਾ ਮਸਤੀ ਵਿੱਚ ਆਪੇ ਤੋਂ ਬੇਖੁਦ ਹੋ ਕੇ ਪਰਮਾਤਮਾ ਨੂੰ ਪਾਉਣ ਦੇ ਵਿਚਾਰ ਦਿੱਤੇ ਹਨ। ਬਹੁਤ ਸੋਹਣੀਆਂ ਰਚਨਾਵਾਂ ਹੁੰਦੀਆਂ ਨੇ ਬੱਚਿਓ ਆਪ ਜੀ ਦੀਆਂ, ਅਤੇ ਗਾਈਆਂ ਬਹੁਤ ਸੋਹਣੀਆਂ ਜਾਂਦੀਆਂ ਨੇ। ਇਹ ਬਹੁਤ ਜਿਹੜੇ ਲੋਕ ਨੇ ਇਹਨਾਂ ਦੀਆਂ ਰਚਨਾਵਾਂ ਨੂੰ ਬੱਚਿਓ ਗਾਉਂਦੇ ਨੇ ਰਾਗਾਂ ਦੇ ਵਿੱਚ ਹੋਣ ਕਰਕੇ, ਠੀਕ ਹੈ ਨਾ। ਸੋ ਸੁਣਿਆ ਕਰੋ ਤੁਸੀਂ ਵੀ, ਠੀਕ ਹੈ। ਹੋਰ ਬਹੁਤ ਕੁਛ ਆਪਾਂ ਸੁਣਦੇ ਹਾਂ ਬੱਚਿਓ, ਪਰ ਸੁਣਨ ਵਾਲਾ ਜਿਹੜਾ ਅਸਲੀ ਸਾਹਿਤ ਹੈ ਆਪਣਾ ਉਹ ਉਂਝ ਹੀ ਪਿਆ, ਠੀਕ ਹੈ ਨਾ, ਸੁਣਨਾ ਆਪਾਂ ਨਹੀਂ। ਸਭ ਤੋਂ ਪਹਿਲਾਂ ਇਹਨਾਂ ਦੀ ਰਚਨਾ ਹੈ ਬੱਚਿਓ ਇੱਥੇ ਰਹਿਣਾ ਨਹੀਂ। ਅਤੇ ਆਪਾਂ ਪ੍ਰਸੰਗ ਦੇਖ ਲੈਂਦੇ ਹਾਂ ਇੱਕ ਵਾਰੀ, ਕਿਉਂਕਿ ਪ੍ਰਸੰਗ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਣਾ ਹੈ ਨਾ ਵੀ ਕਿੱਦਾਂ ਆਪਾਂ ਲਿਖਣਾ ਹੈ। ਆਪਾਂ ਇਹਨਾਂ ਦੀ ਕੋਈ ਵੀ ਰਚਨਾ ਆ ਗਈ ਬੱਚਿਓ, ਆਪਾਂ ਇੱਦਾਂ ਲਿਖਾਂਗੇ ਕਿ ਇਹ ਕਾਵਿ ਟੋਟਾ ਸ਼ਾਹ ਹੁਸੈਨ ਦੀ ਲਿਖੀ ਹੋਈ ਇੱਕ ਕਾਫੀ ਹੈ, ਠੀਕ ਹੈ ਨਾ, ਜੋ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਦੇ ਇਤਿਹਾਸ ਪੁਸਤਕ ਵਿੱਚ ਇੱਥੇ ਰਹਿਣਾ ਨਹੀਂ ਸਿਰਲੇਖ ਹੇਠ ਦਰਜ ਹੈ। ਇਸ ਵਿੱਚ ਕਵੀ ਨੇ ਮਨੁੱਖ ਨੂੰ ਉਸਦੇ ਸਰੀਰ ਦੀ ਨਾਸ਼ਮਾਨਤਾ ਦੀ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਸ ਨੂੰ ਮਾਣ, ਹੰਕਾਰ ਤਿਆਗਣਾ ਚਾਹੀਦਾ ਹੈ। ਇਹ ਬੱਚਿਓ ਉਹ ਲਾਈਨ ਹੈ ਜਿਹੜੀ ਆਪਾਂ ਵਿਆਖਿਆ ਦੇ ਵਿੱਚੋਂ ਲਈ ਹੈ, ਠੀਕ ਹੈ ਨਾ। ਸਿਰਲੇਖ ਹੇਠ ਦਰਜ ਹੈ ਉਹ ਹਰ ਕਿਤੇ ਲਿਖਾਂਗੇ, ਪਰ ਉਸ ਤੋਂ ਬਾਅਦ ਜਿਹੜੀ ਵਿਆਖਿਆ ਦੇ ਵਿੱਚੋਂ ਸਤਰ ਲੈ ਕੇ ਆਪਾਂ ਲਿਖਾਂਗੇ ਜਿਹੜਾ ਵੀ ਸਿਰਲੇਖ ਆਵੇਗਾ, ਠੀਕ ਹੈ ਬੱਚਿਓ। ਵਿਆਖਿਆ ਸ਼ੁਰੂ ਕਰਦੇ ਹਾਂ ਆਪਾਂ। ਇੱਥੇ ਰਹਿਣਾ ਨਾਈ, ਕੋਈ ਬਾਤ ਚੱਲਣ ਦੀ ਕਰਵੋ, ਵੱਡੇ ਉੱਚੇ ਮਹਿਲ ਉਸਾਰਿਓ, ਗੌਰ ਨਿਮਾਣੀ ਕਰਵੋ। ਗੌਰ ਕੀ ਹੁੰਦਾ ਬੱਚੋ? ਕਬਰ। ਜਿਸ ਦੇਹੀ ਦਾ ਤੂੰ ਮਾਣ ਕਰੇਨਾ, ਜੂ ਪਰਛਾਵੇਂ ਢਰਵੋ। ਢਰਵੋ ਕੀ ਹੁੰਦਾ? ਵੀ ਢਲਦਾ ਜਾ ਰਿਹਾ। ਛੋੜ ਤ੍ਰਿਖਾਏ ਪਕੜ ਹਲੀਮੀ, ਭੈ ਸਾਹਿਬ ਥੀ ਡਰਵੋ। ਤ੍ਰਿਖਾਈ ਕੀ ਹੁੰਦਾ ਬੱਚੋ? ਤ੍ਰਿਸ਼ਨਾ, ਠੀਕ ਹੈ ਨਾ, ਗੁੱਸਾ, ਤ੍ਰਿਸ਼ਨਾ, ਈਰਖਾ ਨਹੀਂ ਆਪਾਂ ਕਹਿ ਦਿੰਦੇ ਹੁੰਦੇ। ਅਤੇ ਹਲੀਮੀ ਕੀ ਹੁੰਦਾ ਬੱਚੋ? ਨਿਮਰਤਾ। ਭੈ ਸਾਹਿਬ ਥੀ ਡਰਵੋ। ਭੈ ਕੀ ਹੁੰਦਾ? ਡਰ, ਠੀਕ ਹੈ, ਥੀ ਤੋਂ। ਅਤੇ ਕਹੇ ਹੁਸੈਨ ਹਯਾਤੀ ਲੋੜੇ, ਤਾਂ ਮਰਨ ਥੀ ਅੱਗੋਂ ਮਰਵੋ, ਠੀਕ ਹੈ ਨਾ। ਮਰਨ ਥੀ ਅੱਗੋਂ ਮਰੋ ਮਤਲਬ ਅਭਿਮਾਨ ਛੱਡ ਕੇ ਜੀਵਨ ਬਤੀਤ ਕਰੋ। ਸ਼ਾਹ ਹੁਸੈਨ ਜੀ ਕਹਿੰਦੇ ਹਨ ਕਿ ਹੇ ਭਾਈ, ਤੂੰ ਦੁਨੀਆ ਦੇ ਵਿੱਚ ਸਦਾ ਨਹੀਂ ਰਹਿਣਾ। ਤੈਨੂੰ ਹੋਰ ਗੱਲਾਂ ਛੱਡ ਕੇ ਇੱਥੋਂ ਤੁਰਨ ਦੀ ਗੱਲ ਕਰਨੀ ਚਾਹੀਦੀ ਹੈ, ਅਤੇ ਇਸ ਪ੍ਰਕਾਰ ਮੌਤ ਨੂੰ ਚੇਤੇ ਕਰਨਾ ਚਾਹੀਦਾ ਹੈ। ਤੂੰ ਸੰਸਾਰਿਕ ਪਦਾਰਥਾਂ ਨੂੰ ਇਕੱਤਰਿਤ ਕਰਕੇ ਵੱਡੇ ਵੱਡੇ ਮਹਿਲ ਉਸਾਰ ਲਏ ਹਨ ਜੋ ਸਦਾ ਤੇਰੇ ਕੰਮ ਨਹੀਂ ਆਉਣੇ। ਅੰਤ ਨਿਮਾਣੀ ਕਬਰ ਹੀ ਤੇਰਾ ਘਰ ਹੋਵੇਗੀ। ਤੂੰ ਜਿਸ ਸੋਹਣੇ ਸਰੀਰ ਦਾ ਮਾਣ ਕਰਦਾ ਹੈ ਨਾ, ਅਤੇ ਜਿਸ ਦੇ ਸੁੱਖ ਅਤੇ ਸ਼ਿੰਗਾਰ ਲਈ ਇੰਨੇ ਪਾਪੜ ਵੇਲਦਾ ਹੈ, ਇਹ ਢਲਦੇ ਪਰਛਾਵੇਂ ਵਾਂਗ ਹਨ। ਇਹ ਸਰੀਰ ਸਦਾ ਰਹਿਣ ਵਾਲਾ ਨਹੀਂ। ਇਸ ਕਰਕੇ ਤੇਰੇ ਲਈ ਸੰਸਾਰਿਕ ਪਦਾਰਥਾਂ ਦੇ ਜਿਹੜੇ ਅਡੰਬਰ ਨੇ
ਉਸਾਰਨੇ ਕਿਸੇ ਕੰਮ ਨਹੀਂ ਆਉਂਦੇ। ਤੈਨੂੰ ਇਹਨਾਂ ਦੀ ਤ੍ਰਿਸ਼ਨਾ ਨੂੰ ਛੱਡ ਕੇ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ ਅਤੇ ਡਾਢੇ ਰੱਬ ਦੇ ਭੈ ਤੋਂ ਡਰਨਾ ਚਾਹੀਦਾ ਹੈ। ਜੇਕਰ ਤੂੰ ਜ਼ਿੰਦਗੀ ਚਾਹੁੰਦਾ ਹੈ ਤਾਂ ਤੈਨੂੰ ਮੌਤ ਆਉਣ ਤੋਂ ਪਹਿਲਾਂ ਆਪਣੇ ਅੰਦਰੋਂ ਜਿਹੜੀ ਹਉਮੈ ਹੈ, ਹੰਕਾਰ ਹੈ, ਈਰਖਾ, ਉਹਨੂੰ ਮਾਰ ਦੇਣਾ ਚਾਹੀਦਾ ਹੈ। ਇਸ ਪ੍ਰਕਾਰ ਤੂੰ ਪ੍ਰਭੂ ਨਾਲ ਇੱਕਮਿਕ ਹੋ ਕੇ ਅਮਰ ਹੋ ਜਾਵੇਗਾ। ਬੱਚੋ ਬਹੁਤ ਸੌਖਾ ਹੈ, ਪੰਜਾਬੀ ਆਪਣੀ ਹੈ ਨਾ, ਔਰ ਤੁਸੀਂ ਸਮਝਿਆ ਕਰੋ ਕੇਂਦਰੀ ਭਾਵ ਵੀ ਇਹਦੇ ਵਿੱਚੋਂ ਹੀ ਆਏਗਾ। ਠੀਕ ਹੈ, ਬਸ ਜਿਹੜਾ ਮਨੁੱਖ ਨੂੰ ਨਾਸ਼ਮਾਨ ਕਿਹਾ ਹੈ, ਠੀਕ ਹੈ ਨਾ, ਇਸ ਕਰਕੇ ਆਪਣੇ ਆਪ 'ਤੇ ਹੰਕਾਰ ਨਹੀਂ ਕਰਨਾ ਚਾਹੀਦਾ। ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਤੁਸੀਂ ਚੇਤੇ ਰੱਖ ਸਕਦੇ ਹੋ। ਬੱਚੋ ਇਹਨਾਂ ਨੂੰ ਕਦੇ ਵੀ ਰੱਟੇ ਨਹੀਂ ਲਾਈਦੇ ਹੁੰਦੇ। ਇਹ ਸਧਾਰਨ ਗੱਲਾਂ ਨੇ ਜਿਹੜੀਆਂ ਆਪਾਂ ਨੂੰ, ਜਿਹੜੇ ਆਪਣੇ ਸਿਆਣੇ ਨੇ, ਬਜ਼ੁਰਗ ਨੇ, ਉਹਨਾਂ ਤੋਂ ਵੀ ਬੜੀ ਵਾਰੀ ਸੁਣਿਆ ਹੈ ਨਾ। ਇਸ ਕਰਕੇ ਆਪਾਂ ਨੂੰ ਇੰਨਾ ਰੱਟੇ ਲਾਉਣ ਦੀ ਜ਼ਰੂਰਤ ਨਹੀਂ। ਆਪਾਂ ਬਸ ਇਹਦਾ ਸਿਰਲੇਖ ਦੇਖ ਕੇ ਆਪਣੇ ਆਪ ਹੀ ਉਹੀ ਗੱਲਾਂ ਆਪਣੇ ਸਾਹਮਣੇ ਆ ਜਾਂਦੀਆਂ ਨੇ। ਠੀਕ ਹੈ ਨਾ। ਅੱਗੇ ਆ ਗਿਆ ਕੈ ਬਾਗੇ ਦੀ ਮੂਲੀ। ਕੈ ਬਾਗੇ ਦੀ ਮੂਲੀ ਹੁਸੈਨਾ ਤੂੰ ਕੈ ਬਾਗੇ ਦੀ ਮੂਲੀ। ਆਪਾਂ ਨਹੀਂ ਕਹਿੰਦੇ ਵੀ ਤੂੰ ਕਿਹੜੇ ਬਾਗ ਦੀ ਮੂਲੀ ਆ, ਅਤੇ ਉਹ ਆਪਣੇ ਆਪ ਨੂੰ ਕਹਿੰਦੇ ਨੇ ਵੀ ਤੂੰ ਕਿਹੜੇ ਬਾਗ ਦੀ ਮੂਲੀ ਆ। ਠੀਕ ਹੈ ਨਾ। ਬਾਗਾਂ ਦੇ ਵਿੱਚ ਫੁੱਲ ਅਜਾਇਬ ਤੂੰ ਵੀ ਇੱਕ ਗੰਦੂਲੀ। ਗੰਦੂਲੀ ਦਾ ਮਤਲਬ ਕੀ ਹੁੰਦਾ ਬੱਚੋ? ਜਿਹੜੀ ਖੁਸ਼ਬੂਦਾਰ ਗੰਧ ਵਾਲੀ ਬੂਟੀ ਹੁੰਦੀ ਹੈ। ਠੀਕ ਹੈ ਨਾ। ਵੀ ਬਾਗਾਂ ਦੇ ਵਿੱਚ ਹੋਰ ਬਹੁਤ ਸਾਰੇ ਖੁਸ਼ਬੂਦਾਰ ਬੂਟੇ ਹਨ। ਠੀਕ ਹੈ ਨਾ। ਤੂੰ ਬਸ ਇੱਕ ਉੱਥੇ ਇੱਕ ਬੂਟੀ ਆ। ਆਪਣਾ ਆਪ ਪਛਾਣੇ ਨਹੀਂ ਅਵਰਾ ਦੇਖ ਕਿਉਂ ਭੁੱਲੀ। ਅਵਰਾ ਕੀ ਹੁੰਦਾ ਬੱਚੇ? ਹੋਰਨਾਂ ਨੂੰ। ਵੀ ਆਪਣਾ ਆਪ ਤਾਂ ਤੂੰ ਪਛਾਣਦਾ ਨਹੀਂ, ਆਲੇ ਦੁਆਲੇ ਦੇ ਜਿਹੜੇ ਪਸਰੇ ਹੋਏ ਪਦਾਰਥ ਨੇ ਉਹਨਾਂ ਨੂੰ ਦੇਖ ਕੇ ਤੂੰ ਭੁੱਲਿਆ ਫਿਰਦਾ ਹੈ। ਇਸ਼ਕੇ ਦੇ ਦਰਿਆਓ ਕਰਾਹੀ ਮਨਸੂਰ ਕਬੂਲੀ ਸੂਲੀ। ਮਨਸੂਰ ਕੀ ਹੈ ਬੱਚਿਓ? ਈਰਾਨ ਦਾ ਇੱਕ ਸੂਫੀ ਫਕੀਰ, ਜਿਸ ਨੂੰ ਅਨਲ ਹੱਕ ਮੈਂ ਹੀ ਰੱਬ ਹਾਂ ਕਹਿਣ ਉੱਤੇ ਸ਼ਰਈ ਮੁਲਾਣਿਆਂ ਨੇ ਸੂਲੀ ਚੜਵਾ ਦਿੱਤਾ ਸੀ। ਠੀਕ ਆ। ਅਤੇ ਉਹ ਰੱਬ ਦਾ ਨਾਂ ਲੈਂਦਾ ਸੀ ਬੱਚੋ। ਅਤੇ ਜਿਹੜੇ ਉਹ ਕਹਿੰਦੇ ਸੀ ਵੀ ਤੂੰ ਇਹ ਨਹੀਂ ਕਹਿਣਾ ਹੈਗਾ, ਅਤੇ ਤੂੰ ਰੱਬ ਆ ਜਿਹੜਾ ਸਾਡੇ ਅਨੁਸਾਰ ਹੀ ਉਹਨੂੰ ਪੂਜ। ਠੀਕ ਹੈ। ਫਿਰ ਉਸ ਤੋਂ ਬਾਅਦ ਸ਼ਾਹ ਹੁਸੈਨ ਪਿਆ ਦਰ ਉੱਤੇ ਜੋ ਕਰ ਪਵੇ ਕਬੂਲੀ। ਵੀ ਤੈਨੂੰ ਪਤਾ ਹੋਣਾ ਚਾਹੀਦਾ ਵੀ ਜੋ ਪਰਮਾਤਮਾ ਨੂੰ ਪਾਉਂਦਾ ਹੈ ਨਾ, ਉਹਨੇ ਮਤਲਬ ਉਹ ਕੀਤਾ ਹੁੰਦਾ ਆਪਣੇ ਆਪ ਨੂੰ, ਸਾਰੇ ਜਿਹੜੇ ਹੰਕਾਰ ਨੇ, ਸਾਰੇ ਈਰਖਾਵਾਂ ਨੇ, ਠੀਕ ਹੈ ਨਾ, ਆਪਣੇ ਆਪ ਨੂੰ ਬਿਲਕੁਲ ਸਾਫ਼ ਸੁਥਰਾ ਕਰਕੇ ਤਾਂ ਹੀ ਤੈਨੂੰ ਰੱਬ ਮਿਲਦਾ ਹੈ। ਅਸਲ ਦੇ ਵਿੱਚ ਜਿਹੜਾ ਕੇਂਦਰੀ ਭਾਵ ਹੀ ਕਰ ਲੈਂਦੇ ਹਾਂ ਵਿਆਖਿਆ ਦੇ ਤਰ੍ਹਾਂ ਆਪਾਂ, ਉਹ ਕਹਿੰਦੇ ਨੇ ਮਨੁੱਖ ਨੂੰ, ਕਹਿੰਦੇ ਨੇ ਕਿ ਇਸ ਸੰਸਾਰ ਦੇ ਵਿੱਚ ਤੇਰੀ ਹਸਤੀ ਬੜੀ ਤੁੱਛ ਹੈ, ਤੂੰ ਇੱਕ ਮਾਮੂਲੀ ਚੀਜ਼ ਹੈ। ਆਲੇ ਦੁਆਲੇ ਪਸਰੇ ਸੰਸਾਰ ਰੂਪੀ ਬਾਗਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਅਨੋਖੇ ਫੁੱਲ ਖਿੜੇ ਹੋਏ ਹਨ। ਤੂੰ ਉਹਨਾਂ ਵਿੱਚੋਂ ਇੱਕ ਖੁਸ਼ਬੂਦਾਰ ਬੂਟੀ ਹੈ। ਤੂੰ ਆਪਣੇ ਆਪ ਦੀ ਪਛਾਣ ਦਾ ਕੰਮ ਤਾਂ ਕਰਦਾ ਨਹੀਂ, ਪਰ ਆਲੇ ਦੁਆਲੇ ਪਸਰੇ ਹੋਏ ਹੋਰਨਾਂ ਪਦਾਰਥਾਂ ਨੂੰ ਦੇਖ ਕੇ ਭੁੱਲਿਆ ਫਿਰਦਾ ਹੈ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ਼ਕ ਦੇ ਦਰਿਆਵਾਂ ਦਾ ਚਾਲਾ ਉਲਟਾ ਹੈ। ਇੱਥੇ ਆਸ਼ਕ ਨੂੰ ਪ੍ਰੇਮ ਨਹੀਂ ਸਗੋਂ ਮੌਤ ਮਿਲਦੀ ਹੈ। ਇਸੇ ਕਾਰਨ ਮਨਸੂਰ ਸੂਲੀ 'ਤੇ ਚੜ੍ਹ ਗਿਆ। ਸ਼ਾਹ ਹੁਸੈਨ ਕਹਿੰਦਾ ਹੈ ਕਿ ਹੇ ਪ੍ਰਭੂ, ਮੈਂ ਤੇਰੇ ਦਰ 'ਤੇ ਢਹਿ ਪਿਆ ਹਾਂ ਤਾਂ ਜੋ ਤੂੰ ਮਿਹਰ ਕਰ ਤੇ ਮੈਨੂੰ ਕਬੂਲ ਕਰ ਲਵੇਂ। ਠੀਕ ਹੈ ਨਾ। ਸ਼ਾਹ ਹੁਸੈਨ ਪਿਆ ਦਰ ਉੱਤੇ। ਦਰ ਹੁੰਦਾ ਕੀ ਹੈ? ਦਰਵਾਜ਼ਾ। ਜੋ ਕਰ ਪਵੇ ਕਬੂਲੀ, ਵੀ ਤੂੰ ਮੈਨੂੰ ਬਸ ਕਬੂਲ ਕਰ। ਠੀਕ ਹੈ ਨਾ। ਪਰ ਇਹ ਤਾਂ ਹੀ ਹੋ ਸਕਦਾ ਜੇ ਆਪਣਾ ਅੰਦਰ ਸਾਫ਼ ਹੋਏਗਾ ਬੱਚੋ। ਅੱਗੇ ਆ ਗਿਆ, ਬਹੁਤ ਸੋਹਣਾ ਲਿਖਦੇ ਨੇ ਬੱਚੋ, ਗਾਏ ਬੜੇ ਵਧੀਆ ਜਾਂਦੇ ਨੇ ਇਹਨਾਂ ਦੀ ਜਿੰਨੀਆਂ ਵੀ ਕਾਫੀਆਂ ਨੇ। ਠੀਕ ਹੈ ਨਾ। ਅੱਗੇ ਆ ਗਿਆ ਰੱਬਾ ਮੇਰੇ ਔਗਣ ਚਿੱਤ ਨਾ ਧਰੀ। ਰੱਬਾ ਮੇਰੇ ਔਗਣ ਚਿੱਤ ਨਾ ਧਰੀ। ਔਗਣ ਕੀ ਹੁੰਦੇ ਨੇ ਬੱਚੋ? ਵੀ ਮੇਰੀਆਂ ਬੁਰਾਈਆਂ ਨੇ ਜਿਹੜੀਆਂ, ਵੀ ਇਹ ਪਰਮਾਤਮਾ ਮੇਰੇ ਔਗਣਾਂ ਨੇ ਜਿਹੜੇ, ਉਹਨਾਂ 'ਤੇ ਖਿਆਲ ਨਾ ਕਰ ਜੇ। ਠੀਕ ਹੈ। ਔਗਣ ਆਰੀ ਨੂੰ ਕੋ ਗੁਣ ਨਾਹੀ ਲੂ ਲੂ ਐਪ ਭਰੀ। ਉਹ ਮਤਲਬ ਕੋਈ ਵੀ। ਫਿਰ ਤੁਹਾਨੂੰ ਇਹ ਸਾਰੇ ਸਮਝ ਆਉਣੇ ਸ਼ੁਰੂ ਹੋ ਜਾਣਗੇ। ਐਬ ਕੀ ਹੁੰਦੇ ਨੇ ਬੱਚਿਓ? ਕਮਜ਼ੋਰੀਆਂ। ਵੀ ਮੇਰੇ 'ਚ ਕੋਈ ਵੀ ਗੁਣ ਨਹੀਂ, ਮੇਰੇ 'ਚ ਬਹੁਤ ਐਬ ਨੇ। ਜਿਉਂ ਭਾਵੇਂ ਤਿਉਂ ਰੱਖ ਪਿਆਰਿਆ ਮੈਂ ਤੇਰੇ ਦੁਆਰੇ ਪਰੀ। ਪਰੀ ਦਾ ਮਤਲਬ ਵੀ ਇਹ ਪਈ ਹੈ ਨਾ, ਵੀ ਜਿਵੇਂ ਤੂੰ ਚਾਹੁੰਦਾ ਤੂੰ ਮੈਨੂੰ ਰੱਖ, ਮੈਂ ਤੇਰੇ ਦੁਆਰੇ 'ਤੇ ਆ ਕੇ ਡਿੱਗ ਪਿਆ ਹਾਂ। ਠੀਕ ਹੈ ਨਾ। ਅਤੇ ਮੈਂ ਬਹੁਤ ਔਗਣਹਾਰਾ, ਮੇਰਾ ਰੋਮ ਰੋਮ ਪਾਪਾਂ ਨਾਲ ਭਰਿਆ ਹੋਇਆ ਹੈ, ਇਸ ਕਰਕੇ ਤੂੰ ਮੇਰੇ ਔਗਣ ਨਾ ਵਿਚਾਰ, ਸਗੋਂ ਮੇਰੇ ਉੱਤੇ ਮਿਹਰ ਕਰ। ਠੀਕ ਹੈ ਨਾ। ਇਹ ਪਿਆਰੇ, ਮੈਂ ਤੇਰੇ ਦੁਆਰੇ 'ਤੇ ਆ ਕੇ ਡਿੱਗੀ ਹਾਂ, ਜਿਵੇਂ ਤੇਰਾ ਦਿਲ ਕਰਦਾ ਹੈ ਉਸ ਤਰ੍ਹਾਂ ਮੈਨੂੰ ਰੱਖ। ਠੀਕ ਹੈ। ਕਹੇ ਹੁਸੈਨ ਫਕੀਰ ਨਿਮਾਣਾ ਅਦਲੋਂ ਫਜ਼ਲ ਕਰੀ। ਅਦਲੋਂ ਫਜ਼ਲ ਕਰੀ ਮਤਲਬ ਮੇਰੇ ਵਿੱਚ ਬਹੁਤ ਕਮਜ਼ੋਰੀਆਂ ਹਨ, ਇਸ ਕਰਕੇ ਤੂੰ ਮੇਰੇ 'ਤੇ ਮਿਹਰ ਕਰ। ਹੇ ਪਰਮਾਤਮਾ। ਠੀਕ ਹੈ ਨਾ। ਉਹ ਕਹਿੰਦੇ ਨੇ ਕਿ ਮੈਂ ਫਕੀਰ ਹਾਂ, ਨਿਮਾਣਾ। ਠੀਕ ਹੈ ਨਾ। ਮੈਂ ਤੇਰੇ ਤੋਂ ਕੁਝ ਨਹੀਂ ਮੰਗਦਾ, ਮੈਂ ਤੇਰੇ ਤੋਂ ਸਿਰਫ ਇਹੀ ਮੰਗ ਕਰਦਾ ਹਾਂ, ਤੂੰ ਮੇਰੇ ਔਗਣਾਂ ਅਤੇ ਕਮਜ਼ੋਰੀਆਂ ਵੱਲ ਦੇਖ ਕੇ ਮੇਰੇ ਨਾਲ ਨਿਆਂ ਕਰਨ ਦਾ ਯਤਨ ਨਾ ਕਰੀ, ਸਗੋਂ ਤੂੰ ਮੈਨੂੰ ਆਪਣੀ ਮਿਹਰ
ਕਰਕੇ ਆਪਣੇ ਜਿਹੜੇ ਪਾਰ ਲੰਘਾਤੇ। ਠੀਕ ਹੈ ਨਾ, ਮਤਲਬ ਇੱਥੇ ਉਹ ਮਨੁੱਖ ਨੂੰ ਔਗਣਹਾਰਾ ਕਹਿੰਦੇ ਨੇ, ਅਤੇ ਮਤਲਬ ਬਹੁਤ ਔਗਣਾਂ ਨਾਲ ਭਰਿਆ ਹੋਇਆ। ਉਸ ਨੂੰ ਰੱਬ ਕੋਲੋਂ ਆਪਣੇ ਕੀਤੇ ਕਰਮਾਂ ਅਨੁਸਾਰ ਇਨਸਾਫ ਦੀ ਮੰਗ ਨਹੀਂ, ਸਗੋਂ ਉਸਦੀ ਮਿਹਰ ਦੀ ਮੰਗ ਕੀਤੀ ਹੈ। ਵੀ ਇਨਸਾਫ ਦੀ ਮੰਗ ਨਹੀਂ ਕੀਤੀ, ਬਈ ਇਨਸਾਫ ਤਾਂ ਹੀ ਮਿਲਣਾ ਵੀ ਉਹ ਕਹਿੰਦੇ ਮੈਂ ਤਾਂ ਔਗਣਹਾਰ ਹਾਂ, ਮੈਨੂੰ ਪਤਾ ਏ, ਬਸ ਤੂੰ ਮੇਰੇ 'ਤੇ ਮਿਹਰ ਕਰ, ਕਿਉਂਕਿ ਉਹ ਉਸ ਦੀ ਮਿਹਰ ਨਾਲ ਹੀ ਮਨੁੱਖ ਦਾ ਪਾਰ ਉਤਾਰਾ ਹੋਏਗਾ। ਠੀਕ ਹੈ ਨਾ ਬੱਚੋ, ਵਿਆਖਿਆ ਦੇ ਵਿੱਚ ਹੋਈ ਆਪਾਂ ਕੇਂਦਰੀ ਭਾਵ ਲੈਣਾ ਹੈ। ਠੀਕ ਹੈ, ਵੈਸੇ ਤਾਂ ਇਸ ਦਾ ਕੇਂਦਰੀ ਭਾਵ ਇਹੀ ਹੈ ਜੋ ਆਪਾਂ ਹੁਣੇ ਤੁਹਾਨੂੰ ਦੱਸਿਆ, ਵੀ ਇਨਸਾਫ ਦੀ ਮੰਗ ਨਹੀਂ ਸਗੋਂ ਮਿਹਰ ਦੀ ਮੰਗ ਹੈ। ਇਸ ਤੋਂ ਇਲਾਵਾ ਜੋ ਆਪਾਂ ਵਿਆਖਿਆ ਕੀਤੀ ਹੈ ਨਾ ਬੱਚੋ, ਤੁਸੀਂ ਉਹ ਸਤਰਾਂ ਵੀ ਸ਼ਾਮਿਲ ਕਰ ਸਕਦੇ ਹੋ। ਮੁਸ਼ਕਿਲ ਘਾਟ ਫਕੀਰੀ ਦਾ, ਉਹਨਾਂ ਦੀ ਅਗਲੀ ਰਚਨਾ ਹੈ ਮੁਸ਼ਕਿਲ ਘਾਟ ਫਕੀਰੀ ਦਾ ਉਹ, ਮੁਸ਼ਕਿਲ ਘਾਟ ਫਕੀਰੀ ਦਾ, ਬਹੁਤ ਸੋਹਣਾ ਗਾਇਆ ਜਾਂਦਾ ਬੱਚੋ। ਘਾਟ ਕੀ ਹੁੰਦਾ? ਰਸਤਾ। ਠੀਕ ਹੈ, ਆਪ ਜੀ ਕਹਿੰਦੇ ਹਨ ਕਿ ਹੇ ਭਾਈ, ਫਕੀਰਾਂ ਦਾ ਰਾਹ ਬਹੁਤ ਔਖਾ ਹੈ, ਇਸ ਰਾਹ ਉੱਤੇ ਤੁਰਨਾ ਸੌਖਾ ਨਹੀਂ। ਠੀਕ ਹੈ, ਤੈਨੂੰ ਚਾਹੀਦਾ ਹੈ ਕਿ ਤੂੰ ਸਮਝ ਸੋਚ। ਪਏ ਕੁਠਾਲੀ ਦੁਰਮਤ ਗਾਲੀ। ਠੀਕ ਹੈ, ਦੁਰਮਤ ਕੀ ਹੁੰਦਾ ਬੱਚੋ? ਨਾਦਾਨੀ, ਮੂਰਖਤਾ। ਠੀਕ ਹੈ, ਪਏ ਕੁਠਾਲੀ ਦੁਰਮਤ ਗਾਲੀ, ਹੈ ਨਾ, ਅਤੇ ਵੀ ਤੂੰ ਸਾਰੀ ਜਿਹੜੀ ਮੂਰਖਤਾ ਦੇ ਵਿੱਚ ਆ ਕੇ, ਨਾਦਾਨੀ ਦੇ ਵਿੱਚ ਆ ਕੇ, ਮੁਰਸ਼ਦ ਦੀ ਸਿੱਖਿਆ ਦੀ ਕੁਠਾਲੀ ਵਿੱਚ ਪਾ ਕੇ ਗਾਲ ਦੇ। ਠੀਕ ਹੈ ਨਾ, ਵੀ ਤੈਨੂੰ ਚਾਹੀਦਾ ਹੈ ਕਿ ਤੂੰ ਆਪਣੀ ਨਾਦਾਨੀ ਹੈ ਜਿਹੜੀ ਨੂੰ ਮੁਰਸ਼ਦ ਦੀ ਸਿੱਖਿਆ, ਮੁਰਸ਼ਦ ਕੀ ਹੁੰਦਾ? ਗੁਰੂ ਬੱਚੋ। ਵੀ ਜਿਹੜੀ ਤੂੰ ਬੇਵਕੂਫੀਆਂ ਨੇ, ਨਾਦਾਨੀਆਂ ਨੇ, ਉਹਨੂੰ ਸਾਰਿਆਂ ਨੂੰ ਮਤਲਬ ਮੁਰਸ਼ਦ ਦੀ ਸਿੱਖਿਆ ਦੀ ਕੁਠਾਲੀ ਦੇ ਵਿੱਚ ਪਾ ਕੇ ਉਹਨੂੰ ਗਾਲ ਦੇ। ਠੀਕ ਹੈ, ਕਰਮ ਜਗਾਏ ਸ਼ਰੀਰੀ ਦਾ ਉਹ। ਠੀਕ ਹੈ ਨਾ, ਫਿਰ ਅੱਗੇ ਕਹਿੰਦੇ ਨੇ ਵੀ ਇਸ ਤਰ੍ਹਾਂ ਸੂਝਵਾਨ ਹੋ ਜਾ ਕਿ ਆਤਮਾ ਦੇ ਭਾਗ ਜਗਾ। ਛੋੜ ਤਕਬਰੀ ਪਕੜ ਹਲੀਮੀ। ਤਕਬਰੀ ਕੀ ਹੁੰਦਾ ਬੱਚੋ? ਹੰਕਾਰ। ਠੀਕ ਹੈ, ਹਲੀਮੀ ਕੀ ਹੁੰਦੀ ਹੈ? ਨਿਮਰਤਾ। ਅਤੇ ਵੀ ਤੂੰ ਆਪਣੀ ਜਿਹੜੀ ਵੀ ਤੇਰੀ ਜਿਹੜੀ ਭਾਵਨਾਵਾਂ ਨੇ ਈਰਖਾ ਵਾਲੀਆਂ, ਗੁੱਸੇ ਵਾਲੀਆਂ, ਹੰਕਾਰ ਵਾਲੀਆਂ, ਉਹਨਾਂ ਨੂੰ ਕੀ ਛੱਡ ਕੇ ਹਲੀਮੀ, ਨਿਮਰਤਾ ਧਾਰਨ ਕਰਨ। ਹੈ ਨਾ, ਨਿਮਰਤਾ ਧਾਰਨ ਕਰਨ ਨਾਲ ਹੀ ਮਤਲਬ ਪਰਮਾਤਮਾ ਮਿਲਦਾ। ਸਾਰੇ ਸਿਆਣੇ ਹੀ ਗੱਲ ਕਰਦੇ ਨੇ ਬੱਚੋ, ਜਿੰਨੇ ਵੀ ਆਪਾਂ ਨੇ ਦੇਖਿਆ ਵੀ ਜਿਹੜੇ ਕੱਟੜ ਨਹੀਂ ਹੈਗੇ, ਸਗੋਂ ਸਹੀ ਰਾਹਾਂ 'ਤੇ ਚੱਲਦੇ ਨੇ। ਠੀਕ ਹੈ ਨਾ, ਰਾਹ ਪਕੜੋ ਸ਼ੀਰੀ ਦਾ ਉਹ। ਠੀਕ ਹੈ, ਸ਼ੀਰੀ ਕੀ ਹੁੰਦਾ ਬੱਚੋ? ਮਿਠਾਸ ਨੂੰ ਕਿਹਾ ਜਾਂਦਾ, ਸ਼ੱਕਰ ਸ਼ੀਰੀ, ਹੈ ਨਾ, ਵੀ ਤੂੰ ਮਿੱਠਾ ਬਣ। ਠੀਕ ਹੈ, ਗੁੱਸਾ ਨਾ ਕਰ। ਕਹੇ ਹੁਸੈਨ ਫਕੀਰ ਨਿਮਾਣਾ, ਦਫ਼ਤਰ ਪਾੜੋ ਮੀਰੀ ਦਾ ਵੋ। ਦਫ਼ਤਰ ਪਾੜੋ ਦਾ ਮਤਲਬ ਕੀ ਹੈ? ਵੀ ਦਫ਼ਤਰ ਫਾਈਲਾਂ ਬੰਡਲ ਦਫ਼ਤਰ ਨੂੰ ਕਿਹਾ ਵੀ ਪਾੜੋ, ਮੀਰੀ ਦਾ ਵੇ, ਪਾੜੋ ਮਤਲਬ ਛੱਡੋ, ਮੀਰੀ ਮਤਲਬ ਵਡੱਪਣ, ਵੀ ਮੈਂ ਆਪਣੇ ਆਪ ਨੂੰ ਵੱਡਾ ਸਮਝਣਾ, ਹੈ ਨਾ। ਅਤੇ ਉਹ ਕਹਿੰਦੇ ਨੇ ਵੀ ਤੂੰ ਫਕੀਰੀ ਦੇ ਰਾਹ ਉੱਤੇ ਤੁਰਨਾ ਚਾਹੁੰਦਾ ਹੈ ਤਾਂ ਤੈਨੂੰ ਆਪਣੀ ਵਡੱਪਣ ਦੀਆਂ ਮਿਸਾਲਾਂ ਦਾ ਜਿਹੜਾ ਬੁਕਚਾ ਇਹ ਫਾਈਲਾਂ ਨੇ ਉਹ ਸਾਰੀਆਂ ਫਾੜ ਦੇਣੀਆਂ ਚਾਹੀਦੀਆਂ ਨੇ, ਅਰਥਾਤ ਹੰਕਾਰ ਦਾ ਤਿਆਗ ਕਰਨਾ ਚਾਹੀਦਾ। ਠੀਕ ਹੈ ਨਾ, ਅਤੇ ਮੀਰੀ ਦਾ ਮਤਲਬ ਮੈਂ ਨਹੀਂ ਕਰਦੇ, ਹੈ ਨਾ, ਮੈਂ ਆਪਾਂ ਕਰਦੇ ਰਹਿੰਦੇ ਹਰ ਵਾਰੀ। ਮੀਰੀ ਦਾ ਵੀ ਉਹਨੂੰ ਛੱਡ ਦੇ, ਆਪਣੇ ਆਪ ਨੂੰ ਵੱਡਾ ਕਹਿਣਾ। ਠੀਕ ਹੈ ਨਾ, ਵਡੱਪਣ ਦਾ ਮਤਲਬ ਇੱਕ ਤਾਂ ਹੋਰ ਵੀ ਹੁੰਦਾ ਬੱਚੋ, ਵਡੱਪਣ ਦਾ ਮਤਲਬ ਵੀ ਹਾਂ ਕੋਈ ਚੰਗਾ ਹੁੰਦਾ, ਇੱਥੇ ਉਹ ਲਿਆ ਗਿਆ ਵੀ ਆਪਣੇ ਆਪ ਨੂੰ ਵੱਡਾ ਕਹਿਣਾ। ਠੀਕ ਹੈ ਨਾ, ਤਾਂ ਉਹ ਕਹਿੰਦੇ ਨੇ ਵੀ ਤੂੰ ਫਕੀਰੀ ਦਾ ਰਾਹ ਬਹੁਤ ਔਖਾ ਹੈ, ਇਸ ਰਾਹ ਉੱਤੇ ਤੁਰਨਾ ਸੌਖਾ ਨਹੀਂ। ਤੈਨੂੰ ਚਾਹੀਦਾ ਹੈ ਕਿ ਤੂੰ ਆਪਣੀ ਨਾਦਾਨੀ ਨੂੰ ਮੁਰਸ਼ਦ ਦੀ ਸਿੱਖਿਆ, ਗੁਰੂ ਦੀ ਸਿੱਖਿਆ ਦੀ ਕੁਠਾਲੀ ਦੇ ਵਿੱਚ ਪਾ ਕੇ ਗਾਲ ਦੇ। ਠੀਕ ਹੈ ਨਾ, ਇਸ ਤਰ੍ਹਾਂ ਸੂਝਵਾਨ ਹੋ ਕੇ ਆਪਣੀ ਆਤਮਾ ਦਾ ਭਾਗ ਜਗਾ। ਤੈਨੂੰ ਹੰਕਾਰ ਛੱਡ ਕੇ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ ਅਤੇ ਮਿੱਠਾ ਬੋਲਣ ਦੇ ਰਾਹ ਉੱਤੇ ਤੁਰਨਾ ਚਾਹੀਦਾ ਹੈ। ਰੱਬ ਦਾ ਨਿਮਾਣਾ ਫਕੀਰ ਸ਼ਾਹ ਹੁਸੈਨ ਕਹਿੰਦਾ ਹੈ ਕਿ ਹੇ ਭਾਈ, ਜੇ ਤੂੰ ਫਕੀਰੀ ਦੇ ਰਾਹ ਉੱਤੇ ਤੁਰਨਾ ਚਾਹੁੰਦਾ ਹੈ ਤਾਂ ਤੈਨੂੰ ਆਪਣੇ ਵਡੱਪਣ ਦੀਆਂ ਜਿਹੜੀਆਂ ਮਿਸਾਲਾਂ ਦਾ ਬੁਕਚਾ ਪਾੜ ਦੇਣਾ ਚਾਹੀਦਾ ਹੈ, ਅਰਥਾਤ ਵਡੱਪਣ ਦੇ ਹੰਕਾਰ ਦਾ ਤਿਆਗ ਤੈਨੂੰ ਕਰ ਦੇਣਾ ਚਾਹੀਦਾ ਹੈ। ਠੀਕ ਹੈ ਬੱਚੋ, ਕੇਂਦਰੀ ਭਾਵ ਕੀ ਹੈ? ਅਤੇ ਜੇ ਪਰਮਾਤਮਾ ਨੂੰ ਮਿਲਣਾ ਹੈ ਤਾਂ ਗੁਰੂ ਦੀ ਸਿੱਖਿਆ ਪ੍ਰਾਪਤ ਕਰਨੀ ਚਾਹੀਦੀ ਹੈ, ਨਾਦਾਨੀ ਖਤਮ ਕਰਨੀ ਚਾਹੀਦੀ ਹੈ, ਹੰਕਾਰ ਨੂੰ ਖਤਮ ਕਰਨਾ ਚਾਹੀਦਾ ਹੈ, ਤਾਂ ਉਸ ਦੀ ਜਗ੍ਹਾ 'ਤੇ ਕੀ ਕਰਨਾ? ਮਿਠਾਸ ਧਾਰਨ ਕਰਨੀ ਚਾਹੀਦੀ ਹੈ। ਠੀਕ ਹੈ, ਸੋ ਉਸ ਤੋਂ ਬਾਅਦ ਆ ਗਿਆ ਨਿਮਾਣਿਆਂ ਦੀ ਰੱਬਾ ਰੱਬਾ ਹੋਈ। ਬਹੁਤ ਸੋਹਣਾ ਗਾਇਆ ਜਾਂਦਾ ਬੱਚੋ ਇਹ। ਨਿਮਾਣਿਆਂ ਦੀ ਰੱਬਾ ਰੱਬਾ ਹੋਈ, ਭੱਠ ਪਈ ਤੇਰੀ ਚਿੱਟੀ ਚਾਦਰ, ਚੰਗੀ ਫਕੀਰਾਂ ਦੀ ਲੋਈ। ਅਤੇ ਰੱਬਾ ਰੱਬਾ ਲੋਕ ਰੱਬ ਰੱਬ ਕਰਨ ਲੱਗ ਪਏ ਹਨ, ਲੋਕ ਹੈਰਾਨ ਰਹਿ ਗਏ ਹੁਣ। ਚਿੱਟੀ ਚਾਦਰ ਵਿਕਾਰੀ ਅਤੇ ਹੰਕਾਰੀ ਬੰਦੇ ਦਾ ਜਿਹੜਾ ਦਿਖਾਵੇ ਦਾ ਪੈਰਾ। ਠੀਕ ਹੈ, ਲੋਈ ਕੀ ਹੁੰਦਾ ਬੱਚੋ? ਕੰਬਲੀ। ਅਤੇ ਸ਼ਾਹ ਹੁਸੈਨ ਜੀ ਕਹਿੰਦੇ ਹਨ ਫਕੀਰਾਂ ਦੇ ਨਿਮਾਣੇਪਣ ਦੀ ਅੱਤ ਦੇਖ ਕੇ ਲੋਕ ਹੈਰਾਨ ਹੋ ਗਏ। ਠੀਕ ਹੈ ਨਾ, ਵੀ
ਉਹ ਰੱਬ ਰੱਬ ਕਰਨ ਲੱਗ ਪਏ ਨੇ। ਠੀਕ ਹੈ, ਫਕੀਰਾਂ ਨੂੰ ਦੇਖ ਕੇ ਲੋਕ ਰੱਬ ਰੱਬ ਕਰਨ ਲੱਗ ਪਏ ਹਨ, ਮਤਲਬ ਉਹਨਾਂ ਤੋਂ ਸਿੱਖਿਆ ਲੈ ਕੇ ਉਹ ਵੀ ਪਰਮਾਤਮਾ ਦਾ ਨਾਂ ਜਪਣ ਲੱਗ ਪਏ ਹਨ। ਮਤਲਬ ਕਹਿੰਦੇ ਨੇ ਵੀ ਜਿਹੜਾ ਤੂੰ ਹੰਕਾਰ ਲਈ ਫਿਰਦਾ ਨਾ, ਅਤੇ ਭੱਠ ਪਈ ਤੇਰੀ ਚਿੱਟੀ ਚਾਦਰ, ਵੀ ਜਿਹੜੇ ਦਿਖਾਵੇ ਕਰ ਰਿਹਾ ਤੂੰ, ਵੀ ਉਹ ਦੂਰ ਤੇਰੇ ਭੱਠ ਅਤੇ ਭੱਠੀ ਦੇ ਵਿੱਚ ਪੈ ਜਾਣ। ਭੱਠੀ ਕੀ ਹੁੰਦੇ, ਜਿੱਥੇ ਦਾਣੇ ਭੁੰਨਦੇ ਆ। ਅਤੇ ਇਸ ਦੇ ਨਾਲੋਂ ਚੰਗੀ ਫਕੀਰਾਂ ਦੀ ਲੋਈ, ਜਿਹੜੀ ਫਕੀਰਾਂ ਦੀ ਲੋਈ ਚਿੱਟੀ ਚਾਦਰ, ਮਤਲਬ ਇੱਕ ਤਰ੍ਹਾਂ ਨਾਲ ਵੀ ਤੇਰੇ ਐਸ਼ ਪ੍ਰਸਤੀ ਦੀ ਜ਼ਿੰਦਗੀ ਹੈ। ਲੋਈ ਮਤਲਬ ਜਿਹੜੀ ਫਕੀਰ ਨੇ ਮਾਣੀ ਨਹੀਂ। ਠੀਕ ਹੈ, ਲੋਈ ਜਿਹੜੀ ਆਪਾਂ ਲੈਂਦੇ ਹਾਂ ਨਾ ਬੱਚੋ ਸਰਦੀਆਂ ਦੇ ਵਿੱਚ ਲੋਈ ਲੈਣੀ, ਵੀ ਇਹਦੇ ਨਾਲ ਤਾਂ ਉਹ ਵੀ ਚੰਗੀ ਹੈ। ਦਰਗਾਹ ਵਿੱਚ ਸੁਹਾਗਣ ਸੋਈ, ਵੀ ਸੁਹਾਗਣ ਜਿਸ ਔਰਤ ਦਾ ਪਤੀ ਜਿਉਂਦਾ ਹੋਵੇ। ਦਰਗਾਹ ਕੀ ਹੁੰਦਾ ਬੱਚੋ, ਵੀ ਪਰਮਾਤਮਾ ਦੇ ਦਰ ਦੇ ਉੱਪਰ, ਦਰਗਾਹ ਵਿੱਚ ਸੁਹਾਗਣ ਸੋਈ, ਜੋ ਖੁੱਲ੍ਹ ਖੁੱਲ੍ਹ ਨੱਚ ਖਲੋਈ। ਖੁੱਲ੍ਹ ਖੁੱਲ੍ਹ ਨੱਚ ਮਤਲਬ ਕੀ ਹੁੰਦਾ ਬੱਚੋ, ਖੁੱਲ੍ਹ ਕੇ, ਵੀ ਰੱਬ ਦੀ ਜਿਹੜੀ ਦਇਆ ਦ੍ਰਿਸ਼ਟੀ ਦਾ ਦਰਬਾਰ ਹੈ, ਰੱਬ ਦੇ ਦਰਬਾਰ ਵਿੱਚ ਉਹ ਇਸਤਰੀ ਹੀ ਉਸਦੀ ਪ੍ਰੀਤਮ ਦੇ ਪਿਆਰ ਦੀ ਪਾਤਰ ਬਣਦੀ ਹੈ, ਜੋ ਦਿਖਾਵੇ ਅਤੇ ਜੀਵਨ ਨੂੰ ਛੱਡਦੀ ਹੈ। ਮਤਲਬ ਇਹ ਨਹੀਂ ਦਿਖਾਵੇ ਨਾਲ ਬੰਦਾ ਕੁਛ ਹੋਰ ਬਣਿਆ ਪਿਆ, ਸੂਫੀ ਬਣਿਆ ਪਿਆ, ਪਰ ਅੰਦਰ ਉਹਦੇ ਕਾਲਾ। ਠੀਕ ਹੈ ਨਾ, ਇਹੀ ਤਾਂ ਇਹਨਾਂ ਨੇ ਜਿੰਨੇ ਵੀ ਬੱਚੋ ਚੰਗੇ ਲੋਕ ਹੋਏ ਨੇ ਨਾ, ਉਹਨਾਂ ਨੇ ਵਿਖਾਵੇ ਦੀ ਜ਼ਿੰਦਗੀ ਨੂੰ ਮਨ੍ਹਾ ਕੀਤਾ, ਵੀ ਤੇਰੇ ਕੋਲ ਪੂਰੀ ਦਿਖਾਵਾ ਕਰੀ ਫਿਰਦਾ, ਤੂੰ ਬਹੁਤ ਵੱਡਾ ਬਾਬਾ ਏ। ਠੀਕ ਹੈ, ਤੂੰ ਵੱਡੇ ਵੱਡੇ ਘਰ ਰਾਜ ਰੱਖੇ ਨੇ ਬਾਬਿਆਂ ਵਾਲੇ। ਠੀਕ ਹੈ ਨਾ, ਦਿਖਾਵੇ ਕਰ ਰੱਖੇ ਨੇ, ਵੀ ਉਸ ਦਾ ਕੋਈ ਫਾਇਦਾ ਨਹੀਂ ਹੈਗਾ। ਵੀ ਤੂੰ ਕੀ ਕਰ, ਪਰਮਾਤਮਾ ਨੂੰ ਮਿਲ। ਪਰਮਾਤਮਾ ਨੂੰ ਕਿੱਦਾਂ ਮਿਲੇਗਾ, ਤੂੰ ਅੰਦਰੋਂ ਸਾਰਾ ਕੁਛ ਸਾਫ਼ ਕਰਕੇ, ਬਾਹਰਲੇ ਦਿਖਾਵਿਆਂ ਨੂੰ ਖ਼ਤਮ ਕਰਕੇ। ਵੀ ਚਿੱਟੀ ਚਾਦਰ ਦਾ ਕੋਈ ਫਾਇਦਾ ਨਹੀਂ, ਸਗੋਂ ਤੂੰ ਲੋਈ ਦੇ ਵਿੱਚ ਹੀ ਅਸਲੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ, ਮਤਲਬ ਆਪਣੇ ਅੰਦਰੋਂ ਸਾਰੇ ਔਕੜਾਂ ਨੂੰ ਖ਼ਤਮ ਕਰਕੇ। ਕਹੀ ਹੁਸੈਨ ਫਕੀਰ ਸਾਈਂ ਦਾ, ਤਾਂ ਦਰ ਲਹਿਸੇ ਢੋਈ। ਠੀਕ ਹੈ, ਦਰ ਲਹਿਸੇ ਢੋਈ, ਲਹਿਸੇ ਦਾ ਮਤਲਬ ਲਵੇਂਗਾ, ਢੋਈ ਆਸਰਾ, ਤਾਂ ਤੂੰ ਪ੍ਰਭੂ ਨੂੰ ਮਿਲ ਸਕੇਗਾ, ਪਰਮਾਤਮਾ ਦੇ ਦਰ 'ਤੇ ਆਸਰਾ ਪ੍ਰਾਪਤ ਕਰ ਸਕੇਗਾ। ਅਤੇ ਕੇਂਦਰੀ ਭਾਵ ਕੀ ਹੈ ਬੱਚੋ, ਰੱਬ ਦੇ ਦਰ ਉੱਤੇ ਉਸੇ ਮਨੁੱਖ ਨੂੰ ਆਸਰਾ ਮਿਲਦਾ ਹੈ ਜੋ ਅੱਤ ਦਾ ਨਿਮਾਣਾ ਹੋ ਕੇ ਪ੍ਰਭੂ ਪ੍ਰੀਤਮ ਵਿੱਚ ਸਾਰੇ ਸੰਕੋਚ ਤਿਆਰ ਕਰਦਾ ਹੈ, ਦਿਖਾਵੇ ਨਹੀਂ ਕਰਦਾ। ਚਿੱਟੀ ਚਾਦਰਾਂ ਦਿਖਾਵੇ ਦੀ ਨਿਸ਼ਾਨੀ ਆ, ਹੈ ਨਾ, ਵੀ ਮਤਲਬ ਇਹਦੇ ਨਾਲ ਤਾਂ ਫਕੀਰ ਚੰਗਾ, ਜਿਹੜੀ ਲੋਈ ਲਈ ਹੋਈ ਹੈ, ਦਿਖਾਵਾ ਨਹੀਂ ਕਰਦਾ। ਠੀਕ ਹੈ ਨਾ, ਵੀ ਚੰਗਾ ਮਨੁੱਖ ਕਦੇ ਵੀ ਦਿਖਾਵਾ ਨਹੀਂ ਕਰਦਾ ਆਪਣੇ ਹੋਣ ਦਾ, ਤਾਂ ਉਹਨੂੰ ਉਹ ਸਿੱਧੇ ਰਸਤੇ 'ਤੇ ਲੋਕਾਂ ਨੂੰ ਪਾਉਂਦਾ ਹੈ। ਠੀਕ ਹੈ ਨਾ, ਤਾਂ ਉਹਨੂੰ ਦੇਖ ਕੇ ਸਾਰੇ ਜਿਹੜੇ ਲੋਕ ਨੇ ਬੱਚਿਓ, ਉਹ ਪਰਮਾਤਮਾ ਦਾ ਨਾਂ ਲੈਣ ਲੱਗ ਜਾਂਦੇ ਨੇ। ਪਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਢੋਈ ਮਿਲਦੀ ਹੈ। ਠੀਕ ਹੈ, ਜੋ ਕੀ ਕਰਦੇ ਨੇ, ਪਰਮਾਤਮਾ ਦਾ ਨਾਂ ਲੈਂਦੇ ਨੇ, ਦਿਖਾਵੇ ਨਹੀਂ ਕਰਦੇ। ਠੀਕ ਹੈ, ਅੱਗੇ ਪਾਵੇਂਗਾ ਦੀਦਾਰ ਸਾਹਿਬ ਦਾ, ਬਹੁਤ ਸੋਹਣਾ ਗਾਇਆ ਬੱਚੋ, ਬਹੁਤ ਸੋਹਣਾ। ਪਾਵੇਂਗਾ ਦੀਦਾਰ ਸਾਹਿਬ ਦਾ, ਦੀਦਾਰ ਕੀ ਹੁੰਦਾ ਬੱਚੋ, ਦਰਸ਼ਨ। ਠੀਕ ਹੈ, ਫਕੀਰਾਂ ਹੋਰ ਵੀ ਨੀਵਾਂ ਹੋਏ। ਠੀਕ ਹੈ ਨਾ, ਵੀ ਤੂੰ ਜੇ ਆਪਣੇ ਆਪ ਨੂੰ ਕਹਿਣਾ ਵੀ ਮੈਂ ਬਹੁਤ ਨੀਵਾਂ, ਤੈਨੂੰ ਹੋਰ ਵੀ ਨੀਵਾਂ ਹੋਣਾ ਚਾਹੀਦਾ। ਨੀਵਾਂ ਮਤਲਬ ਨਿਮਰਤਾ ਧਾਰਨ ਕਰਨੀ ਚਾਹੀਦੀ। ਨਿਮਰਤਾ ਕੀ ਹੁੰਦੀ ਹੈ ਬੱਚੋ, ਵੀ ਆਪਣੇ ਆਪ ਨੂੰ ਗੁਮਾਨ ਦੇ ਵਿੱਚ ਨਹੀਂ ਲੈ ਕੇ ਆਉਣਾ, ਵੀ ਨੀਵਾਂ ਵੀ ਸਾਰਿਆਂ ਤੋਂ। ਨਿਮਰਤਾ ਦਾ ਗੁਣ ਹੈ ਜਿਹੜਾ, ਮਤਲਬ ਵੀ ਮੈਂ ਕੁਛ ਵੀ ਨਹੀਂ ਹੈਗਾ। ਠੀਕ ਹੈ, ਜੋ ਕੁਝ ਹੈ ਪਰਮਾਤਮਾ ਹੈ, ਕਿਸੇ ਨੂੰ ਉੱਚਾ ਨਹੀਂ ਬੋਲਣਾ ਹੈਗਾ। ਠੀਕ ਹੈ, ਚੰਗੇ ਬਣ ਕੇ ਰਹਿਣਾ, ਵੀ ਤੂੰ ਤਾਂ ਹੀ ਪ੍ਰਭੂ ਦਾ ਦੀਦਾਰ ਪਾ ਸਕਦਾ ਹੈ। ਟੋਪੀ ਮੈਲੀ ਸਾਬਣ ਥੋੜਾ, ਬਹਿ ਕਿਨਾਰੇ ਧੋਏ। ਠੀਕ ਹੈ ਨਾ, ਵੀ ਤੈਨੂੰ ਚਾਹੀਦਾ ਹੈ ਕਿ ਤੂੰ ਵਿਕਾਰਾਂ ਨਾਲ ਮੈਲੀ ਹੋਈ ਆਪਣੀ ਜੀਵਨ ਦੀ ਟੋਪੀ ਨੂੰ ਗੁਰੂ ਦੀ ਸਿੱਖਿਆ ਦਾ ਸਾਬਣ ਲਾ ਕੇ ਨਾ, ਪ੍ਰਭੂ ਨਾਮ ਦੇ ਕੰਢੇ ਉੱਤੇ ਬੈਠ ਕੇ ਧੋ। ਠੀਕ ਹੈ, ਮੀਣੀ ਢੱਗੀ ਨਾਮ ਸਾਈਂ ਦਾ, ਅੰਦਰ ਬਹਿ ਕਰ ਚੋਏ। ਠੀਕ ਹੈ, ਮੀਣੀ ਢੱਗੀ ਕੀ ਹੁੰਦਾ ਬੱਚੋ, ਮੁੜੇ ਹੋਏ ਸਿੰਘਾਂ ਵਾਲੀ ਝੋਟੀ। ਤਾਂ ਸ਼ਾਹ ਹੁਸੈਨ ਜੀ ਕਹਿੰਦੇ ਹਨ ਕਿ ਹੇ ਭਾਈ ਮਾਲਕ, ਪ੍ਰਭੂ ਦਾ ਨਾਮ ਤਾਂ ਅਸੀਲ ਮੀਣੀ ਢੱਗੀ ਹੈ। ਠੀਕ, ਅਸੀਲ ਦਾ ਮਤਲਬ ਕੀ ਹੁੰਦਾ ਬੱਚੋ, ਕਈ ਪਸ਼ੂ ਬਹੁਤ ਹੁੰਦੇ ਨੇ ਨਾ, ਵੀ ਮਤਲਬ ਗੁੱਸੇ ਵਾਲੇ ਹੁੰਦੇ ਨੇ ਅਤੇ ਮਨੁੱਖਾਂ ਨੂੰ ਮਾਰਦੇ ਨੇ, ਅਤੇ ਮੀਣੀ ਅਸੀਲ ਉਹ ਹੁੰਦੇ ਨੇ ਜਿਹੜੇ ਮਾਰਦੇ ਨਹੀਂ ਹੈਗੇ ਅਤੇ ਇਨਸਾਨਾਂ ਨੂੰ ਪਿਆਰ ਕਰਦੇ ਨੇ, ਮਤਲਬ। ਠੀਕ ਹੈ, ਜਿਸ ਨੂੰ ਤੂੰ ਅੰਦਰ ਬਹਿ ਕੇ ਚੋਂਦਾ ਰਹਿ। ਠੀਕ ਹੈ, ਉਛਲ ਨਦੀਆਂ ਤਾਰੂ ਹੋਈਆਂ, ਮੈਂ ਕੰਢੇ ਰਹੀ ਖਲੋਏ। ਅਰਥਾਤ ਪ੍ਰਭੂ ਦਾ ਨਾਮ ਤੂੰ ਆਪਣੇ ਘਰ ਦੇ ਅੰਦਰ ਬਹਿ ਕੇ ਹੀ ਜਪਦਾ ਰਹਿ। ਨਾਮ ਜਪਣ ਵਾਲਿਆਂ ਲਈ ਵਿਕਾਰਾਂ ਦੇ ਉਛਾਲੇ ਮਾਰਦੀਆਂ ਨਦੀਆਂ ਤਰਨ ਯੋਗ ਹੋ ਗਈਆਂ ਹਨ। ਮਤਲਬ ਜਿਹੜੇ ਤੇਰੇ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਮੈਂ ਕਰਨੀ, ਇਹ ਸਾਰੇ ਦੇ ਜਿਹੜੀਆਂ ਨਦੀਆਂ ਨੇ, ਇਹ ਤੂੰ ਪਾਰ ਕਰ ਸਕਦਾ ਕਿਸ ਤਰ੍ਹਾਂ, ਪਰਮਾਤਮਾ ਦਾ ਨਾਂ ਲੈ ਕੇ। ਠੀਕ ਹੈ ਨਾ, ਪਰ ਨਾਮ ਤੋਂ ਸੱਖਣੀ ਵਿਕਾਰਾਂ ਦੀ ਨਦੀ ਦੇ ਕੰਢੇ ਉੱਪਰ ਖੜੀ ਰਹੀ, ਉਹ ਉਸ ਨੂੰ ਤਰ ਨਹੀਂ ਸਕੀ। ਜਿਹੜੇ ਨਾਮ ਨਹੀਂ ਲੈਂਦੇ ਨਾ, ਵੀ ਉਹ ਉੱਥੇ ਕੰਢੇ 'ਤੇ ਖੜੇ ਰਹਿੰਦੇ ਨੇ, ਤਰ ਨਹੀਂ ਸਕਦੇ ਉਹ। ਠੀਕ ਹੈ ਨਾ,
ਕਹੇ ਹੁਸੈਨ ਫਕੀਰ ਸਾਈਂ ਦਾ, ਹੋਣੀ ਹੋਏ ਸੋ ਹੋਏ। ਠੀਕ ਹੈ ਨਾ। ਪ੍ਰਭੂ ਮਾਲਕ ਦਾ ਫਕੀਰ ਸ਼ਾਹ ਹੁਸੈਨ ਕਹਿੰਦੇ ਹਨ ਕਿ ਵਿਕਾਰਾਂ ਦੀ ਨਦੀ ਮਤਲਬ ਮੈਂ ਬੰਦੇ ਦੀ ਤਾਂ ਹੀ ਖਤਮ ਹੋ ਸਕਦੀ ਹੈ ਬੱਚਿਓ ਜੇ ਉਹ ਪਰਮਾਤਮਾ ਦਾ ਨਾਂ ਲਏਗਾ। ਠੀਕ ਹੈ। ਤਾਂ ਕਈ ਫਕੀਰ ਕਹਿੰਦੇ ਨੇ ਵੀ ਤੂੰ ਕਹਿਣਾ, ਮੈਂ ਨਹੀਂ ਕਹਿਣਾ, ਮਤਲਬ ਹੰਕਾਰ ਨਹੀਂ ਕਰਨਾ ਹੈਗਾ, ਤਾਂ ਹੀ ਤੂੰ ਵਿਕਾਰਾਂ ਦੀ ਨਦੀ ਪਾਰ ਕਰ ਸਕਦਾ। ਤਾਂ ਉਹ ਕਹਿੰਦੇ ਨੇ ਕਿ ਵਿਕਾਰਾਂ ਦੀ ਨਦੀ ਪਾਰ ਕਰਨ ਦੇ ਯੋਗ ਨਾ ਹੋਣ ਵਿੱਚ ਉਸ ਦਾ ਕਸੂਰ ਨਹੀਂ, ਅਸਲ ਵਿੱਚ ਜੋ ਹੋਣਹਾਰ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ। ਇਸੇ ਕਰਕੇ ਮੈਂ ਬਦਕਿਸਮਤ ਨਾਮ ਤੋਂ ਸੱਖਣੀ ਰਹਿਣ ਕਰਕੇ ਵਿਕਾਰਾਂ ਦੀ ਨਦੀ ਨੂੰ ਤਰ ਨਹੀਂ ਸਕੀ। ਦੇਖੋ ਇੰਨਾ ਜ਼ਿਆਦਾ ਬੱਚਿਓ ਰੱਬ ਦਾ ਨਾਂ ਲੈਂਦੇ ਸੀ, ਪਰਮਾਤਮਾ ਦਾ ਉਹ ਨਿਮਾਣੇ ਸਨ, ਸੱਚੇ ਗੁਣਾਂ ਦੇ ਧਾਰਨੀ ਸਨ, ਮਤਲਬ ਫਿਰ ਵੀ ਆਪਣੇ ਆਪ ਨੂੰ ਕਹਿੰਦੇ ਸਨ ਵੀ ਸਾਡੇ 'ਚ ਬਹੁਤ ਹੰਕਾਰ ਹੈ। ਠੀਕ ਹੈ ਨਾ। ਵੀ ਨਾਲੇ ਦਿਖਾਵਾ ਨਹੀਂ ਸੀ ਕਰਦੇ ਬੱਚਿਓ। ਫਿਰ ਜੇ ਹੁਣ ਉਹ ਦਿਖਾਵਾ ਕਰਦੇ ਹੋਣ ਵੀ ਸਾਡੇ ਵਰਗਾ ਤਾਂ ਕੋਈ ਹੈ ਨਹੀਂ, ਤਾਂ ਫਿਰ ਤੁਸੀਂ ਸੋਚੋ ਵੀ ਜਿਹੜੇ ਅੱਜ ਕੱਲ੍ਹ ਦਿਖਾਵੇ ਕਰਦੇ ਨੇ ਉਹ ਕਿਹੋ ਜਿਹੇ ਹੋਣਗੇ। ਠੀਕ ਹੈ। ਇਸ ਕਰਕੇ ਆਪਾਂ ਨੂੰ ਦਿਖਾਵਿਆਂ ਦੇ ਚੱਕਰ 'ਚ ਨਹੀਂ ਆਉਣਾ ਚਾਹੀਦਾ। ਕੇਂਦਰੀ ਭਾਵ ਕੀ ਆ ਬੱਚੋ? ਮਨੁੱਖ ਆਪਣੇ ਵਿੱਚ ਵੱਧ ਤੋਂ ਵੱਧ ਨਿਰਮਾਣਤਾ ਪੈਦਾ ਕਰਕੇ ਅਤੇ ਗੁਰੂ ਦੀ ਸਿੱਖਿਆ ਅਤੇ ਨਾਮ ਸਿਮਰਨ ਨਾਲ ਵਿਕਾਰਾਂ ਦੀ ਮੈਲ ਤੋਂ ਛੁਟਕਾਰਾ ਪਾ ਕੇ ਪ੍ਰਭੂ ਦਾ ਦੀਦਾਰ ਪਾ ਸਕਦਾ ਹੈ। ਅਤੇ ਇਸ ਦੇ ਨਾਲ ਉਹ ਕਹਿੰਦੇ ਨੇ ਵੀ ਜੇ ਰੱਬ ਨੂੰ ਪਾਉਣਾ ਹੈ ਤਾਂ ਤੈਨੂੰ ਨਿਮਰਤਾ ਦਾ ਜਿਹੜਾ ਗੁਣ ਹੈ ਉਹ ਧਾਰਨ ਕਰਨਾ ਚਾਹੀਦਾ ਹੈ। ਠੀਕ ਹੈ। ਅਤੇ ਤੇਰੇ ਜਿਹੜੇ ਵਿਕਾਰਾਂ ਨਾਲ ਤੇਰੀ ਜਿੰਦ ਹੈ, ਜਾਨ ਹੈ, ਬਹੁਤ ਮੈਲੀ ਹੋ ਗਈ ਹੈ, ਇਹਨੂੰ ਗੁਰੂ ਦੀ ਸਿੱਖਿਆ ਦੇ ਨਾਲ, ਠੀਕ ਹੈ, ਨਾਮ ਦੇ ਸਾਗਰ 'ਤੇ ਕੰਢੇ 'ਤੇ ਬੈਠ ਕੇ ਧੋ, ਅਰਥਾਤ ਪ੍ਰਭੂ ਦਾ ਨਾਮ ਤੂੰ ਆਪਣੇ ਘਰ ਦੇ ਅੰਦਰ ਬਹਿ ਕੇ ਜਪਦਾ ਰਹਿ, ਵੀ ਬਾਹਰ ਦਿਖਾਵੇ ਨਾ ਕਰ ਜਾ ਕੇ। ਠੀਕ ਹੈ। ਵੀ ਤਾਂ ਹੀ ਤੂੰ ਜਿਹੜੇ ਵਿਕਾਰ ਨੇ ਤੇਰੇ ਵੀ ਮੈਂ ਤਾਂ ਜੀ ਬਹੁਤ ਕੁਛ ਹਾਂ, ਹੈ ਨਾ, ਅਤੇ ਉਹ ਵਿਕਾਰਾਂ ਤੋਂ ਤੂੰ ਸੱਖਣਾ ਹੋ ਜਾਏਗਾ। ਇਸ ਕਰਕੇ ਬੱਚਿਓ ਇਹੀ ਜਿਹੜੇ ਮਹਾਨ ਲੋਕ ਨੇ ਨਾ ਉਹ ਹਮੇਸ਼ਾ ਦਿਖਾਵਿਆਂ ਨੂੰ ਮਨ੍ਹਾ ਕਰਦੇ ਨੇ। ਠੀਕ ਹੈ। ਜਿਹੜੇ ਦਿਖਾਵੇ ਕਰਦੇ ਨੇ ਉਹ ਕਦੇ ਮਹਾਨ ਨਹੀਂ ਹੋ ਸਕਦੇ। ਸੋ ਆਪਾਂ ਨੂੰ ਦਿਖਾਵਿਆਂ ਤੋਂ ਬਚਣਾ ਚਾਹੀਦਾ ਹੈ ਨਾ। ਅਤੇ ਚਲੋ ਬੱਚਿਓ ਫਿਰ ਹੁਣ ਆਪਾਂ ਪ੍ਰਸ਼ਨ ਉੱਤਰ ਕਰੀਏ। ਇੱਥੇ ਰਹਿਣਾ ਨਾਈ, ਕਹਿ ਪਾਗੇ ਦੀ ਮੂਲੀ, ਰੱਬਾ ਮੇਰੇ ਔਗਣ ਚਿੱਤ ਨਾ ਧਰੀ, ਮੁਸ਼ਕਿਲ ਘਾਟ ਫਕੀਰੀ ਦਾ, ਨਿਮਾਣਿਆਂ ਦੀ ਰੱਬਾ ਰੱਬਾ ਹੋਈ, ਪਾਵੇਂਗਾ ਦੀਦਾਰ ਸਾਹਿਬ ਦਾ। ਕਿਹਨਾਂ ਨੇ ਲਿਖਿਆ? ਸ਼ਾਹ ਹੁਸੈਨ ਜੀ ਨੇ। ਠੀਕ ਹੈ। ਉਲਟ ਵੀ ਆ ਸਕਦਾ ਵੀ ਉਹਨਾਂ ਨੇ ਕਿਹੜੀਆਂ ਕਿਹੜੀਆਂ ਰਚਨਾਵਾਂ ਲਿਖੀਆਂ। ਇੱਥੇ ਰਹਿਣਾ ਨਾਈ ਕਾਫੀ ਕਿਸ ਨੂੰ ਸੰਬੋਧਿਤ ਹੈ? ਮਨੁੱਖ ਨੂੰ। ਵੱਡੇ ਉੱਚੇ ਮਹਿਲ ਉਸਾਰਨ ਵਾਲੇ ਮਨੁੱਖਾਂ ਨੂੰ ਸ਼ਾਹ ਹੁਸੈਨ ਉਸ ਦਾ ਅਸਲੀ ਘਰ ਕਿਹੜਾ ਦੱਸਦੇ ਹਨ? ਨਿਮਾਣੀ ਕਬਰ। ਠੀਕ ਹੈ। ਸ਼ਾਹ ਹੁਸੈਨ ਮਨੁੱਖ ਦੀ ਦੇਹੀ ਨੂੰ ਕਾਹਦੇ ਨਾਲ ਤੁਲਨਾ ਕਰਦੇ ਹਨ? ਢਲਦੇ ਪਰਛਾਵੇਂ ਨਾਲ। ਅਤੇ ਉਸ ਤੋਂ ਬਾਅਦ ਆ ਗਿਆ ਬੱਚੋ, ਸ਼ਾਹ ਹੁਸੈਨ ਮਨੁੱਖ ਨੂੰ ਕਿਸ ਦੇ ਮਤਲਬ ਕਿਸ ਤੋਂ ਡਰਨ ਲਈ ਕਹਿੰਦੇ ਹਨ? ਸਾਹਿਬ ਤੋਂ, ਰੱਬ ਤੋਂ। ਇੱਥੇ ਰਹਿਣਾ ਨਾਈ ਕਾਫੀ ਵਿੱਚ ਸ਼ਾਹ ਹੁਸੈਨ ਮਨੁੱਖ ਨੂੰ ਕੀ ਛੱਡਣ ਨੂੰ ਕਹਿੰਦੇ ਹਨ? ਮਾਣ, ਹੰਕਾਰ, ਤ੍ਰਿਸ਼ਨਾ। ਕਵੀ ਕਹਿ ਬਾਗੇ ਦੀ ਮੂਲੀ ਕਹਿ ਕੇ ਆਪਣੀ ਹਸਤੀ ਨੂੰ ਕੀ ਸਮਝਦਾ ਹੈ? ਤੁੱਛ। ਕਹਿ ਬਾਗੇ ਦੀ ਮੂਲੀ ਕਾਫੀ ਵਿੱਚ ਸ਼ਾਹ ਹੁਸੈਨ ਨੇ ਮਨੁੱਖ ਦੀ ਤੁਲਨਾ ਕਿਸ ਨਾਲ ਕੀਤੀ ਹੈ? ਗੰਧੂਲੀ, ਇੱਕ ਖੁਸ਼ਬੂਦਾਰ ਬੂਟੀ ਨਾਲ। ਸੂਲੀ ਸੂਲੀ ਕਿਹਨੇ ਕਬੂਲ ਕੀਤੀ ਸੀ ਬੱਚਿਓ? ਮਨਸੂਰ ਨੇ। ਸ਼ਾਹ ਹੁਸੈਨ ਕਿਸ ਦੇ ਦਰ 'ਤੇ ਢੱਠਾ ਹੈ? ਰੱਬ ਦੇ। ਅਤੇ ਉਸ ਤੋਂ ਬਾਅਦ ਰੱਬਾ ਮੇਰੇ ਔਗਣ ਚਿੱਤ ਨਾ ਧਰੀ ਕਾਫੀ ਵਿੱਚ ਕਵੀ ਕਿਹੋ ਜਿਹੇ ਪ੍ਰਭਾਵ ਜਿਹੜੇ ਪ੍ਰਗਟ ਕਰਦਾ ਹੈ? ਨਿਮਰਤਾ ਵਾਲੇ। ਕਵੀ ਕਿਸ ਨੂੰ ਔਗਣਹਾਰੀ ਕਹਿੰਦਾ ਹੈ? ਆਪਣੇ ਆਪ ਨੂੰ। ਰੱਬਾ ਮੇਰੇ ਔਗਣ ਚਿੱਤ ਨਾ ਧਰੀ ਕਾਫੀ ਵਿੱਚ ਕਿਸ ਵੱਲੋਂ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ ਹੈ? ਜੀਵ ਆਤਮਾ ਵੱਲੋਂ, ਇਨਸਾਨ ਵੱਲੋਂ। ਸ਼ਾਹ ਹੁਸੈਨ ਅਨੁਸਾਰ ਮਨੁੱਖ ਨੂੰ ਰੱਬ ਤੋਂ ਕੀ ਮੰਗਣਾ ਚਾਹੀਦਾ ਹੈ? ਮਿਹਰ। ਮੁਸ਼ਕਿਲ ਘਾਟ ਫਕੀਰੀ ਦਾ ਕਾਫੀ ਵਿੱਚ ਕਿਹੜੇ ਰਸਤੇ ਨੂੰ ਮੁਸ਼ਕਿਲ ਘਾਟ ਦੱਸਿਆ ਗਿਆ? ਫਕੀਰੀ ਨੂੰ। ਸ਼ਾਹ ਹੁਸੈਨ ਅਨੁਸਾਰ ਮਨੁੱਖ ਦੀ ਦੁਰਮਤ ਨਾਦਾਨੀ ਕਿਸ ਦੀ ਸਿੱਖਿਆ ਨਾਲ ਖਤਮ ਹੁੰਦੀ ਹੈ? ਮੁਰਸ਼ਿਦ। ਮੁਸ਼ਕਿਲ ਘਾਟ ਫਕੀਰੀ ਦਾ ਕਾਫੀ ਵਿੱਚ ਕਵੀ ਮਨੁੱਖ ਨੂੰ ਕਿਹੜੀ ਚੀਜ਼ ਦਾ ਤਿਆਗ ਕਰਨ ਲਈ ਕਹਿੰਦੇ ਹਨ? ਹੰਕਾਰ ਦਾ। ਠੀਕ ਹੈ। ਅੱਗੇ ਆ ਗਿਆ ਕੀ ਧਾਰਨ ਕਰਨ ਲਈ ਕਹਿੰਦੇ ਨੇ? ਹਲੀਮੀ। ਮੁਸ਼ਕਿਲ ਘਾਟ ਫਕੀਰੀ ਦਾ ਕਾਫੀ ਵਿੱਚ ਚੋਟ ਤਕਬਰੀ ਪਕੜ, ਹਲੀਮੀ ਤੋਂ ਕੀ ਭਾਵ ਹੈ? ਹੰਕਾਰ ਛੱਡ ਕੇ ਨਿਮਰਤਾ ਅਪਣਾ। ਮੁਸ਼ਕਿਲ ਘਾਟ ਫਕੀਰੀ ਦਾ ਵਿੱਚ ਘਾਟ ਸ਼ਬਦ ਦਾ ਕੀ ਅਰਥ ਹੈ? ਮਾਰਗ। ਸ਼ਾਹ ਹੁਸੈਨ ਅਨੁਸਾਰ ਕਿਹਨਾਂ ਦੀ ਰੱਬਾ ਰੱਬਾ ਹੋਈ? ਨਿਮਾਣਿਆਂ ਦੀ। ਸ਼ਾਹ ਹੁਸੈਨ ਚਿੱਟੀ ਚਾਦਰ ਕਿਸ ਨੂੰ ਕਹਿੰਦੇ ਨੇ? ਪਦਾਰਥਾਂ ਦੇ ਜਿਹੜੇ ਮਾਣ, ਹੰਕਾਰ ਨੇ, ਦਿਖਾਵੇ ਨੇ। ਠੀਕ ਹੈ ਨਾ। ਨਿਮਾਣਿਆਂ ਦੀ ਰੱਬਾ ਰੱਬਾ ਹੋਈ ਕਾਫੀ ਵਿੱਚ ਰੱਬਾ ਰੱਬਾ ਹੋਈ ਤੋਂ ਕੀ ਭਾਵ ਹੈ? ਜੈ ਜੈਕਾਰ। ਸ਼ਾਹ ਹੁਸੈਨ ਅਨੁਸਾਰ ਰੱਬ ਦੀ ਦਰਗਾਹ ਵਿੱਚ ਕਿਹੜੀ ਇਸਤਰੀ ਸੁਹਾਗਣ ਮੰਨੀ ਜਾਂਦੀ ਹੈ? ਖੁੱਲ੍ਹ ਕੇ ਪਿਆਰ ਕਰਨ ਵਾਲੀ, ਜਿਹੜੀ ਪਰਮਾਤਮਾ ਨੂੰ ਖੁੱਲ੍ਹ ਕੇ ਪਿਆਰ ਕਰਦੀ ਆ।
ਸ਼ਾਹ ਹੁਸੈਨ ਅਨੁਸਾਰ ਨਿਮਰਤਾ ਧਾਰਨ ਕਰਨ ਵਾਲੀ ਅਤੇ ਰੱਬ ਨੂੰ ਖੁੱਲ੍ਹ ਕੇ ਪਿਆਰ ਕਰਨ ਵਾਲੀ ਜਿਹੜੀ ਇਹ ਜੀਵ ਆਤਮਾ ਹੈ ਨਾ, ਨੂੰ ਕੀ ਪ੍ਰਾਪਤ ਹੁੰਦਾ ਹੈ? ਪਰਮਾਤਮਾ ਦੇ ਦਰ 'ਤੇ ਢੋਈ। ਸ਼ਾਹ ਹੁਸੈਨ ਅਨੁਸਾਰ ਫਕੀਰ ਸਾਹਿਬ ਦਾ ਦੀਦਾਰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹੈ? ਨਿਰਮਾਣਤਾ ਨਾਲ। ਠੀਕ ਹੈ। ਅਤੇ ਸ਼ਾਹ ਹੁਸੈਨ ਜੀਵਨ ਦੀ ਮੈਲੀ ਟੋਪੀ ਨੂੰ ਕਿਹੜਾ ਸਾਬਣ ਲਾ ਕੇ ਧੋਣ ਲਈ ਕਹਿੰਦਾ ਹੈ? ਗੁਰੂ ਦੀ ਸਿੱਖਿਆ ਦਾ। ਅਤੇ ਸ਼ਾਹ ਹੁਸੈਨ ਮੀਣੀ ਢੱਗੀ ਕਿਸ ਨੂੰ ਕਹਿੰਦਾ ਹੈ? ਪਰਮਾਤਮਾ ਦੇ ਨਾਮ ਨੂੰ। ਠੀਕ ਹੈ। ਅਤੇ ਸ਼ਾਹ ਹੁਸੈਨ ਅਨੁਸਾਰ ਕੀ ਹੋ ਕੇ ਰਹਿਣਾ ਚਾਹੀਦਾ ਹੈ? ਨਿਰਮਾਣਤਾ ਦੇ ਵਿੱਚ ਰਹਿਣਾ ਚਾਹੀਦਾ ਹੈ। ਠੀਕ ਹੈ ਨਾ। ਸ਼ੇਖ ਫਰੀਦ ਜੀ, ਵਜੀਦ ਜੀ, ਸ਼ਾਹ ਹੁਸੈਨ ਜੀ ਕਿਹੜੀ ਕਾਵਧਾਰਾ ਦੇ ਕਵੀ ਹਨ? ਸੂਫੀ ਕਾਵਧਾਰਾ ਦੇ। ਠੀਕ, ਗਲਤ ਦੱਸਣਾ ਬੱਚੋ। ਸ਼ੇਖ ਫਰੀਦ ਜੀ ਗੁਰਮਤਿ ਕਾਵਧਾਰਾ ਦੇ ਕਵੀ ਹਨ? ਗਲਤ ਹੈ ਬੱਚੋ, ਸੂਫੀ ਕਾਵਧਾਰਾ ਦੇ। ਸੂਫੀ ਕਾਵਧਾਰਾ ਦੇ ਕਿਸੇ ਇੱਕ ਕਵੀ ਦਾ ਨਾਂ ਦਿਓ। ਸ਼ਾਹ ਹੁਸੈਨ ਜੀ। ਕਿਹੜੇ ਸੂਫੀ ਫਕੀਰ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ? ਸ਼ੇਖ ਫਰੀਦ ਜੀ ਦੀ। ਅਤੇ ਠੀਕ, ਗਲਤ। ਸ਼ਾਹ ਹੁਸੈਨ ਅਨੁਸਾਰ ਇਸ ਸੰਸਾਰ ਵਿੱਚ ਮਨੁੱਖ ਦੀ ਹਸਤੀ ਤੁੱਛ ਹੈ? ਸਹੀ। ਸ਼ਾਹ ਹੁਸੈਨ ਅਨੁਸਾਰ ਫਕੀਰੀ ਦਾ ਰਾਹ ਮੁਸ਼ਕਿਲ ਹੈ? ਸਹੀ। ਸ਼ਾਹ ਹੁਸੈਨ ਮਾਣ ਹੰਕਾਰ ਨੂੰ ਚਿੱਟੀ ਚਾਦਰ ਕਹਿੰਦਾ ਹੈ? ਅਤੇ ਬਿਲਕੁਲ ਬੱਚਿਓ, ਹੈ ਨਾ, ਜਿਹੜੇ ਸੰਸਾਰਿਕ ਪਦਾਰਥ ਨੇ ਅਤੇ ਉਹਨਾਂ ਨੂੰ ਉਹ ਚਿੱਟੀ ਚਾਦਰ ਕਹਿੰਦੇ ਹਨ। ਠੀਕ ਹੈ। ਸੋ ਇਹ ਸਨ ਬੱਚਿਓ ਸ਼ਾਹ ਹੁਸੈਨ ਜੀ ਦੇ ਨਾਲ ਸੰਬੰਧਿਤ ਰਚਨਾਵਾਂ, ਕੇਂਦਰੀ ਭਾਵ ਅਤੇ ਪ੍ਰਸ਼ਨ ਉੱਤਰ। ਸੁਣਿਆ ਕਰੋ ਬੱਚਿਓ, ਹੈ ਨਾ। ਅਤੇ ਬਹੁਤ ਸੋਹਣਾ ਗਾਇਆ ਹੋਇਆ, ਬਹੁਤ ਸੋਹਣਾ। ਅਤੇ ਜੇ ਤੁਸੀਂ ਸੁਣੋਗੇ ਤਾਂ ਹੀ ਤੁਹਾਨੂੰ ਪੰਜਾਬੀ ਸਾਹਿਤ ਨਾਲ ਮੋਹ ਪਿਆਰ ਵਧੇਗਾ। ਠੀਕ ਹੈ। ਅਤੇ ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।